ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ। ਨਾ ਤੂੰ ਡੋਲੋ ਨਾ ਹਮ ਗਿਰਤੇ, रख लीनी हर मेरी। अबर अल्लाह नूर पाया, कुदरत के सब बंदे। एक नूर ते सब जग पुजिया, कौन भले को मंदे। नीचा अंदर नीच जात, नीची हूँ अत नीच। नानक तिन कै संग साथ, बटिया स्यों क्या रीस। बाणी गुरु गुरु है बाणी, बिच बाणी अमृत सारे। गुरबाणी कहे सेवक जन मन, परतख गुरु निस्तारे। परम सत्कारयोग सतगुਰਾਂ ਦੇ ਸਾਜੀ ਨਿਵਾਜੇ, ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਇੱਕ ਵਾਰੀ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਆਪਣੇ ਹਫ਼ਤਾਵਾਰੀ ਜੋ ਗੁਰਬਾਣੀ ਵਿਚਾਰ ਸਮਾਗਮ ਹੁੰਦਾ ਇੱਕ ਦਿਨ ਦਾ, ਅੰਮ੍ਰਿਤ ਵੇਲੇ ਆਪਾਂ ਗੁਰਬਾਣੀ ਦੇ ਨਾਲ ਜੁੜਨ ਦਾ ਯਤਨ ਕਰਦੇ ਆ। ਸੋ ਥੋੜਾ ਸਮਾਂ ਰਲ ਮਿਲ ਕੇ ਆਪਾਂ ਗੁਰਬਾਣੀ ਨੂੰ ਵਿਚਾਰੀਏ, ਗੁਰੂ ਸਾਹਿਬ ਤੋਂ ਸੇਧ ਲਈਏ, ਉਹ ਰਸਤਾ ਲਈਏ ਜਿਹੜੇ ਰਸਤੇ ਤੇ ਚੱਲ ਕੇ ਅਸੀਂ ਆਪਣੇ ਜੀਵਨ ਨੂੰ ਵਧੀਆ ਬਣਾਉਣਾ। ਗੁਰੂ ਸਾਹਿਬ ਦੇ ਦੱਸੇ ਅਨੁਸਾਰ ਜਦੋਂ ਚੱਲਾਂਗੇ, ਫਿਰ ਸਾਨੂੰ ਜਿਹੜੀ ਜ਼ਿੰਦਗੀ ਜਿਉਣ ਦਾ ਨਜ਼ਾਰਾ ਹੈ ਉਹ ਵੱਖਰਾ ਹੋਣਾ ਹੈ। ਤਾਈਓ ਗੁਰੂ ਸਾਹਿਬ ਜੀ ਨੇ ਕਿਹਾ, ਗੁਰ ਮਿਲ ਜੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਫਿਰ ਜ਼ਿੰਦਗੀ 'ਚ ਕਦੇ ਵੀ ਦੁੱਖ ਨਹੀਂ ਆਉਂਦਾ ਜਦੋਂ ਅਸੀਂ ਗੁਰੂ ਦੇ ਨਾਲ ਆਪਣਾ ਚਿੱਤ ਜੋੜ ਲੈਂਦੇ ਹਾਂ। ਜਦੋਂ ਅਸੀਂ ਇੱਕਮਿਕ ਹੋ ਜਾਂਦੇ ਹਾਂ, ਗੁਰੂ ਦੇ ਕਹੇ ਅਨੁਸਾਰ ਅਸੀਂ ਆਪਣਾ ਜੀਵਨ ਬਤੀਤ ਕਰਾਂਗੇ, ਫਿਰ ਸਾਡੀ ਜ਼ਿੰਦਗੀ 'ਚ ਕੋਈ ਵੀ ਦੁੱਖ ਤਕਲੀਫ ਨਹੀਂ ਆਉਣੀ। ਜਿਹੜੇ ਸਰੀਰਕ ਰੋਗ ਨੇ ਉਹਨਾਂ ਤੇ ਗੁਰੂ ਸਾਹਿਬ ਨੇ ਕਿਹਾ, ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਉਹ ਤੇ ਭਾਈ ਆਪਣੇ ਨੇ ਇਨਸਾਨ ਦੇ, ਕਦੇ ਦੁੱਖ ਆ ਗਿਆ ਕਦੇ ਸੁੱਖ ਆ ਗਿਆ, ਪਰ ਜਦੋਂ ਅਸੀਂ ਗੁਰੂ ਨਾਲ ਚਿੱਤ ਜੋੜ ਲਾਂਗੇ, ਸਾਡਾ ਮਨ ਚੜ੍ਹਦੀ ਕਲਾ ਚ। ਗੱਲ ਤੇ ਸਾਡੇ ਮਨ ਦੀ ਹੈ।
ਜਦੋਂ ਅਸੀਂ ਨੇ ਗੁਰੂ ਨਾਲ ਚਿੱਤ ਨਹੀਂ ਜੋੜਿਆ, ਜਦੋਂ ਅਸੀਂ ਨੇ ਗੁਰੂ ਨਾਲ ਚਿੱਤ ਨਹੀਂ ਜੋੜਿਆ, ਫਿਰ ਅਸੀਂ ਆਹ ਸਰੀਰ ਦਾ ਵੀ ਮਾਣ ਕਰੀ ਜਾਂਦੇ ਹਾਂ, ਫਿਰ ਅਸੀਂ ਪੈਸੇ ਦਾ ਵੀ ਮਾਣ ਕਰੀ ਜਾਂਦੇ ਹਾਂ, ਫਿਰ ਅਸੀਂ ਆਪਣੀਆਂ ਉੱਚੀਆਂ ਉੱਚੀਆਂ ਕੁੱਲਾਂ ਦਾ ਵੀ ਮਾਣ ਕਰੀ ਜਾਂਦੇ ਹਾਂ। ਆਹ ਜਿਹੜਾ ਸਰੀਰ ਹੈ ਜਿਹਦਾ ਅਸੀਂ ਮਾਣ ਕਰਦੇ ਹਾਂ, ਇਹਨੇ ਤੇ ਇੱਕ ਦਿਨ ਮਿੱਟੀ ਹੋ ਜਾਣਾ। ਇਹ ਸਰੀਰ ਨੇ ਇੱਕ ਦਿਨ ਖਤਮ ਹੋ ਜਾਣਾ। ਜੜ ਆਈ ਜੋਬਨ ਹਾਰਿਆ। ਜਿੱਦੇ ਇਸ ਸਰੀਰ ਤੋਂ ਜਿਹੜੀ ਜਵਾਨੀ ਹੈ ਉਹ ਚਲੇ ਗਈ, ਬੁਢੇਪਾ ਆ ਗਿਆ, ਜੜ ਆਈ ਜੋਬਨ ਹਾਰਿਆ। ਜਦੋਂ ਬੁਢੇਪਾ ਆ ਜਾਣਾ ਉਦੋਂ ਜਵਾਨੀ ਨੇ ਹਾਰ ਜਾਣਾ। ਇਹਦਾ ਮਾਣ ਕਾਹਦਾ? ਇਸ ਚੀਜ਼ ਦਾ ਮਾਣ ਨਾ ਕਰੀਏ, ਕਿਉਂਕਿ ਇਹਨੇ ਤੇ ਇੱਕ ਦਿਨ ਖਤਮ ਹੋ ਜਾਣਾ। ਖਤਮ ਹੋ ਜਾਣਾ ਫਿਰ ਮਾਣ ਕਿਉਂ ਕਰੀਏ? ਅਸੀਂ ਮਾਣ ਕਰੀ ਜਾਂਦੇ ਹਾਂ ਵੀ ਮੇਰੇ ਕੋਲ ਬਹੁਤ ਪੈਸਾ ਹੈ। ਗੁਰੂ ਸਾਹਿਬ ਸਾਨੂੰ ਗੁਰਬਾਣੀ ਚ ਸਮਝਾਉਂਦੇ ਆ, ਭਾਈ ਧਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ। ਕਹਿੰਦੇ ਧਨ ਜੋਬਨ ਤੇ ਫੁੱਲ ਇਹਨਾਂ ਦਾ ਕਾਹਦਾ ਮਾਣ ਹੈ? ਇਹ ਤੇ ਇੱਕ ਦਿਨ ਖਤਮ ਹੋ ਜਾਣੇ ਹੈ। ਧਨ ਪੈਸਾ ਬਹੁਤ ਹੋਵੇ, ਪਰ ਜਦੋਂ ਸਰੀਰਕ ਰੋਗ ਲੱਗ ਜਾਂਦੇ ਹੈ ਉਦੋਂ ਸਾਰੇ ਦਾ ਸਾਰਾ ਪੈਸਾ ਖਤਮ ਹੋ ਜਾਂਦਾ ਹੈ। ਧਨ ਜੋਬਨ ਜਵਾਨੀ, ਜਦੋਂ ਬੁਢੇਪਾ ਆ ਜਾਂਦਾ ਜਵਾਨੀ ਵੀ ਖਤਮ ਹੋ ਜਾਂਦੀ ਹੈ। ਧਨ ਜੋਬਨ ਯਾਰ ਫੁੱਲੜਾ, ਫੁੱਲ ਅੱਜ ਖਿੜਿਆ, ਅੱਜ ਉਹਦੇ ਵਿੱਚ ਮਹਿਕ ਹੈ, ਅੱਜ ਉਹਦੇ ਵਿੱਚ ਖੁਸ਼ਬੂ ਹੈ, ਪਰ ਉਹ ਫੁੱਲ ਨੇ ਸਦਾ ਥੋੜਾ ਰਹਿਣਾ। 4 ਦਿਨ ਉਹਦੇ ਤੇ ਮਹਿਕ ਹੈ, ਉਦੋਂ ਬਾਅਦ ਖਤਮ ਹੋ ਜਾਣੀ ਹੈ। ਫੁੱਲ ਸਦਾ ਨਹੀਂ ਰਹਿੰਦਾ। ਨਾਠੀ ਵਾਲੇ ਦਿਨ 4, ਕਹਿੰਦੇ ਇਹ ਤੇ ਇਸ ਤਰ੍ਹਾਂ ਭਾਈ ਜਿਸ ਤਰ੍ਹਾਂ ਕੋਈ ਕਿਸੇ ਦੇ ਘਰ ਪ੍ਰਾਹੁਣੇ ਆਉਂਦੇ ਆ, ਉਹ ਕਿੰਨਾ ਚਿਰ ਰਹਿੰਦੇ ਆ? 2 ਦਿਨ 4 ਦਿਨ, ਹਫ਼ਤਾ 10 ਦਿਨ, ਬਸ ਇੰਨਾ ਕੀ ਹੁੰਦਾ ਹੈ। ਇਹਨਾਂ ਚੀਜ਼ਾਂ ਦਾ ਅਸੀਂ ਮਾਣ ਨਾ ਕਰੀਏ। ਅਸੀਂ ਇਹ ਮਾਣ ਕਰਕੇ, ਇਹ ਹੰਕਾਰ ਕਰਕੇ ਅਸੀਂ ਬਹੁਤ ਥੱਲੇ ਜਾ ਚੁੱਕੇ, ਬਹੁਤ ਜ਼ਿਆਦਾ ਥੱਲੇ ਜਾ ਚੁੱਕੇ। ਜਦੋਂ ਅਸੀਂ ਭਗਤ ਕਬੀਰ ਸਾਹਿਬ ਜੀ ਨੂੰ ਪੜ੍ਹਦੇ ਹਾਂ, ਭਗਤ ਕਬੀਰ ਸਾਹਿਬ ਉਹਨਾਂ ਨੇ ਬਹੁਤ ਸੋਹਣਾ ਸਾਨੂੰ ਸਮਝਾਇਆ ਵੀ ਭਾਈ ਕਿਸੇ ਚੀਜ਼ ਦਾ ਮਾਣ ਨਹੀਂ ਕਰਨਾ ਚਾਹੀਦਾ, ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਜਿਹੜੀ ਦੁਨੀਆ ਹੈ ਇਹ ਸਾਰੀ ਉਸ ਇੱਕ ਮਾਲਕ ਦੀ ਹੈ। ਉਸ ਦੀ ਜੋਤ ਸਾਰਿਆਂ ਦੇ ਵਿੱਚ ਵਰਤ ਰਹੀ ਹੈ, ਸਾਰਿਆਂ 'ਚ ਵਰਤ ਰਹੀ ਹੈ। ਇੱਥੇ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਜੇ ਅਸੀਂ ਉੱਚੇ ਆ ਤਾਂ ਅਸੀਂ ਆਪਣੇ ਵਧੀਆ ਕਰਮ ਬਣਾ ਕੇ ਉੱਚੇ ਆ। ਜੇ ਅਸੀਂ ਨੀਚ ਆ, ਨੀਵੇਂ ਆ,
ਤਾਂ ਅਸੀਂ ਆਪਣੇ ਮਾੜੇ ਕਰਮ ਬਣਾ ਕੇ ਜੀ ਜਾਂਦੇ। ਅਸੀਂ ਇਸ ਸੰਸਾਰ 'ਚ ਆਏ ਉਦੋਂ ਸਾਰੇ ਇੱਕੋ ਜਿਹੇ ਹਾਂ। ਨਾ ਕੋਈ ਵੱਡਾ ਨਾ ਕੋਈ ਛੋਟਾ, ਨਾ ਕੋਈ ਨੀਵੀਂ ਜਾਤ ਦਾ ਨਾ ਕੋਈ ਵੱਡੀ ਜਾਤ ਦਾ। ਅਸੀਂ ਆਪਣੇ ਕਰਮ ਵਧੀਆ ਬਣਾਉਣੇ ਨੇ, ਲਿਖੇ ਲਿਖਾਏ ਨਹੀਂ ਹੁੰਦੇ, ਅਸੀਂ ਨੇ ਬਣਾਉਣੇ ਨੇ ਭਾਈ ਵਧੀਆ ਕਰਮ ਆਪਣੇ। ਜਦੋਂ ਅਸੀਂ ਵਧੀਆ ਕਰਮ ਬਣਾ ਲਏ ਇਨਸਾਨ ਉੱਚਾ ਹੈ, ਜਦੋਂ ਕਰਮ ਮਾੜੇ ਬਣਾ ਲਏ ਇਨਸਾਨ ਨੀਵਾਂ ਹੈ। ਜਦੋਂ ਭਗਤ ਰਵਿਦਾਸ ਜੀਆਂ ਦੇ ਬਾਬਤ ਭਾਈ ਗੁਰਦਾਸ ਜੀਆਂ ਨੂੰ ਪੜ੍ਹਦੇ ਆ, ਕੀ ਕਹਿੰਦੇ ਆ ਭਗਤ ਰਵਿਦਾਸ ਜੀਆਂ ਬਾਰੇ? ਭਾਈ ਗੁਰਦਾਸ ਜੀ ਨੇ ਕਿਹਾ ਭਗਤ ਜੱਗ ਵੱਜੇ ਆ, ਚੌ ਚੱਕਾਂ ਦੇ ਵਿੱਚ ਚਮਰੇਟਾ। ਕਹਿੰਦੇ ਭਗਤ ਜੀਆਂ ਨੇ ਐਸੇ ਕੰਮ ਕੀਤੇ ਵੀ ਚਾਰੇ ਪਾਸੇ ਭਗਤ ਰਵਿਦਾਸ ਜੀ ਹੋਣ ਲੱਗ ਗਏ। ਭਗਤ ਜੱਗ ਵੱਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ। ਤੇ ਜਦੋਂ ਅਸੀਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਚਨ ਪੜ੍ਹਦੇ ਹਾਂ ਤਾਂ ਉਹ ਵੀ ਕਹਿੰਦੇ ਹੈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਗੋਬਿੰਦ 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 ਸੰਗ, ਉਸ ਪਰਮਾਤਮਾ ਉਸ ਵਾਹਿਗੁਰੂ ਦੇ ਨਾਲ ਆਪਣਾ ਚਿੱਤ ਜੋੜ ਲਈਏ। ਮਨ ਲੀਨਾ, ਮਨ ਜੋੜ ਲਿਆ। ਆੜ ਨਾਮ ਕੋ ਛਿਪਰੋ ਹੋਇਓ ਲਖੀਆਂ। ਜਿਨ੍ਹਾਂ ਨੂੰ ਕਹਿੰਦੇ ਕੋਈ ਕੌਡੀ ਬਦਲੇ ਨਹੀਂ ਜਾਣਦਾ ਸੀ, ਆਪਣੇ ਕਰਮ ਵਧੀਆ ਬਣਾ ਲਏ, ਅੱਜ ਲੱਖਾਂ ਦੇ ਹੋ ਗਏ, ਲੱਖਾਂ ਦੇ। ਇੱਥੇ ਕੋਈ ਨੀਚ ਨਹੀਂ, ਕੋਈ ਉੱਚਾ ਨਹੀਂ, ਪਰ ਜਦੋਂ ਅਸੀਂ ਆਪਣੇ ਕਰਮ ਨੀਚ ਕਰ ਲਾਂਗੇ ਇਨਸਾਨ ਨੀਚ ਹੈ, ਕਰਮ ਉੱਚੇ ਕਰ ਲਾਂਗੇ ਇਨਸਾਨ ਉੱਚਾ ਹੈ। ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਹੀ ਬਣਾ ਕੇ ਭੇਜਿਆ, ਇੱਕੋ ਜਿਹਾ। ਤੇ ਭਗਤ ਕਬੀਰ ਸਾਹਿਬ ਜੀਆਂ ਨੂੰ ਜਦੋਂ ਪੜ੍ਹੀਏ ਨਾ, ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ, ਗਰਭ ਵਾਸ ਮੈਂ ਕੁਲ ਨਹੀਂ ਜਾਤੀ। ਕਹਿੰਦੇ ਜਦੋਂ ਮਾਂ ਦੇ ਗਰਭ ਚ ਬੱਚਾ ਹੁੰਦਾ ਹੈ, ਮਾਂ ਦੇ ਗਰਭ ਚ, ਗਰਭ ਵਾਸ ਮੈਂ ਕੁਲ ਨਹੀਂ ਜਾਤੀ। ਕਹਿੰਦੇ ਉਦੋਂ ਦੀ ਕਿਹੜੀ ਕੁਲ ਹੁੰਦੀ ਹੈ, ਕਿਹੜੀ ਜਾਤ ਦਾ ਹੁੰਦਾ ਹੈ, ਉਹਨੂੰ ਤੇ ਪਤਾ ਹੀ ਨਹੀਂ, ਉਹਨੂੰ ਕੋਈ ਪਤਾ ਨਹੀਂ ਵੀ ਮੈਂ ਪੰਡਤਾਂ ਦੇ ਘਰ ਜਾ ਰਿਹਾ ਕਿ ਮੈਂ ਸ਼ੂਦਰਾਂ ਦੇ ਘਰ ਜਾ ਰਿਹਾ। ਇਹ ਅਸੀਂ ਨੇ ਬਣਾਤਾ ਸਾਰਾ ਕੁਝ, ਆਪਣੇ ਕਰਮਾਂ ਨੂੰ ਨੀਵੇਂ ਡੇਗ ਕੇ। ਅਸੀਂ ਆਪਣੇ ਕਰਮ ਵਧੀਆ ਬਣਾਈਏ, ਮਾੜਾ ਸੋਚੀਏ ਨਾ, ਮਾੜਾ ਕਰੀਏ ਨਾ, ਕਿਸੇ ਨਾਲ ਧੋਖੇ ਕਰੀਏ ਨਾ, ਫਿਰ ਨੀਚ ਕਿਉਂ ਹੋਵਾਂਗੇ? ਤਾਂ ਭਗਤ ਕਬੀਰ ਸਾਹਿਬ ਕਹਿੰਦੇ, ਗਰਭ ਵਾਸ ਮੈਂ ਕੁਲ ਨਹੀਂ ਜਾਤੀ। ਕਹਿੰਦੇ ਉਦੋਂ ਕੋਈ ਕੁਲ ਨਹੀਂ ਹੈ ਇਨਸਾਨ ਦੀ। ਜਦੋਂ ਇਨਸਾਨ ਜਨਮ ਲੈ ਲਿਆ, ਇਸ ਸੰਸਾਰ ਚ ਵਿਚਰਿਆ, ਉਹ ਪਰਿਵਾਰ ਵਾਲਿਆਂ ਦੇ ਨਾਲ ਲੱਗ ਕੇ
ਉਹ ਵੀ ਆਪਣੇ ਆਪ ਨੂੰ ਕਹਿਣ ਲੱਗ ਗਿਆ, ਮੈਂ ਫਲਾਣੀ ਬੋਲਦਾ, ਮੈਂ ਫਲਾਣੀ ਜਾਤੀ ਦਾ ਕਹਿਣ ਲੱਗ ਗਿਆ। ਭਗਤ ਕਬੀਰ ਸਾਹਿਬ ਕਹਿੰਦੇ ਬ੍ਰਹਮ ਵਿਦਿਤ ਹੈ ਸਭ ਉਤਪਾਤੀ। ਕਹਿੰਦੇ ਉਸ ਮਾਲਕ ਦੇ ਸਾਰਾ ਕੁਝ, ਸਾਰੀ ਬਨਸਪਤੀ ਉਤਪਤੀ ਸਾਰੀ ਉਸ ਇੱਕ ਦੀ ਪਸਾਰੇ ਹੈ। ਸਾਰੇ ਜੀਵਾਂ ਦੀ ਉਤਪਤੀ ਉਸ ਪਰਮਾਤਮਾ ਦੀ ਅੰਸ਼ ਤੋਂ ਹੋਈ ਹੈ। ਅਸੀਂ ਉਸ ਪਰਮਾਤਮਾ ਦਾ ਹੀ ਰੂਪ ਹਾਂ, ਅਸੀਂ ਉਸ ਦਾ ਇੱਕ ਹਿੱਸਾ, ਪਰਮਾਤਮਾ ਦਾ ਇੱਕ ਹਿੱਸਾ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੋ ਸਾਰੇ ਬ੍ਰਹਮੰਡ 'ਚ ਹੈ ਉਹੀ ਸਾਡੇ ਸਰੀਰ 'ਚ ਹੈ। ਜਿਹਨੇ ਜਿਹਨੇ ਖੋਜ ਲਿਆ ਆਪਣੇ ਸਰੀਰ ਨੂੰ ਉਹਨੇ ਪਾ ਲਿਆ, ਜਿਹੜੇ ਨੇ ਨਹੀਂ ਖੋਜਿਆ ਆਪਣੇ ਆਪ ਨੂੰ ਉਹ ਖਾਲੀ ਦਾ ਖਾਲੀ ਰਹਿ ਗਿਆ, ਉਹ ਖਾਲੀ ਦਾ ਖਾਲੀ ਰਹਿ ਗਿਆ। ਬ੍ਰਹਮ ਵਿਦ ਤੇ ਸਭ ਉਤਪਾਤੀ ਉਹ ਮਾਲਕ ਦੀ, ਉਸ ਵਾਹਿਗੁਰੂ ਦੀ ਹੀ ਅਸੀਂ ਅੰਸ਼ ਹਾਂ ਸਾਰੇ। ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਈਸਾਈ ਹੈ, ਜੈਨੀ ਹੈ, ਬੋਧੀ ਹੈ, ਸਾਰਿਆਂ ਤੇ ਉਹੀ ਇੱਕ ਵਾਹਿਗੁਰੂ ਅੱਲਾਹ ਰਾਮ, ਉਸੇ ਦੀ ਹੀ ਅਸੀਂ ਅੰਸ਼ ਹਾਂ। ਉਸ ਇੱਕ ਦਾ ਹੀ ਪਸਾਰੇ ਸਾਰਾ ਕੁਝ। ਵੱਖਰਾ ਵੱਖਰਾ ਨਹੀਂ ਹੈ ਕੁਝ, ਵੱਖਰਾ ਵੱਖਰਾ ਨਹੀਂ। ਅਸੀਂ ਉਸ ਇੱਕ ਦੇ ਛੋਟਾ ਜਿਹਾ ਹਿੱਸਾ, ਇੱਕ ਦਾ। ਤੇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ, ਭਗਤ ਕਬੀਰ ਸਾਹਿਬ, ਵੀ ਤੁਸੀਂ ਇਹਨਾਂ ਜਾਤੀਆਂ 'ਚ ਪੈ ਕੇ, ਇਹਨਾਂ ਕੁਲਾਂ 'ਚ ਪੈ ਕੇ ਹੰਕਾਰੀ ਨਾ ਬਣੋ। ਜੇ ਅਸੀਂ ਕਿਸੇ ਚੀਜ਼ ਦਾ ਮਾਣ ਕਰਦੇ ਹਾਂ ਤਾਂ ਇਨਸਾਨ ਹੰਕਾਰੀ ਹੋ ਜਾਂਦਾ ਹੈ। ਜੇ ਅੱਜ ਕੋਈ ਆਪਣੇ ਆਪ ਨੂੰ ਨੀਵੀਂ ਜਾਤ ਦਾ ਕਹਿ ਕੇ ਆਪਣੇ ਆਪ ਨਾਲ ਨਫ਼ਰਤ ਕਰਦਾ ਹੈ ਤਾਂ ਗੁਰੂ ਸਾਹਿਬ ਕਹਿੰਦੇ ਨਾ ਤੂੰ ਨਫ਼ਰਤ ਕਰ ਆਪਣੇ ਆਪ ਨਾਲ, ਨਾ ਤੂੰ ਹੰਕਾਰ ਕਰ ਆਪਣੇ ਆਪ ਨਾਲ। ਨਾ ਨਫ਼ਰਤ ਕਰ, ਨਾ ਹੰਕਾਰ ਕਰ। ਨਫ਼ਰਤ ਕਰਨਾ ਵੀ ਮਾੜਾ ਹੈ ਤੇ ਹੰਕਾਰ ਕਰਨਾ ਵੀ ਮਾੜਾ ਹੈ। ਹੰਕਾਰ ਮਾੜਾ ਹੈ। ਜਦੋਂ ਸਾਡੇ ਅੰਦਰ ਹੰਕਾਰ ਆ ਗਿਆ, ਅਸੀਂ ਗੁਰੂ ਦੇ ਨਾਲ ਪਿਆਰ ਨਹੀਂ ਪਾ ਸਕਦੇ, ਅਸੀਂ ਗੁਰੂ ਨਾਲ ਆਪਣਾ ਪਿਆਰ ਨਹੀਂ ਪਾ ਸਕਦੇ। ਕਿਉਂਕਿ ਗੁਰੂ ਸਾਹਿਬ ਬਚਨ ਕਰਦੇ ਆ ਗੁਰਬਾਣੀ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਕਹਿੰਦੇ ਹਉਮੈ ਤੇ ਨਾਮ ਇੱਕ ਥਾਂ ਤੇ ਇਕੱਠੇ ਨਹੀਂ ਰਹਿ ਸਕਦੇ, ਇਹਨਾਂ ਦਾ ਆਪਸ ਚ ਵਿਰੋਧ ਹੈ, ਇਕੱਠੇ ਨਹੀਂ ਰਹਿ ਸਕਦੇ। ਚਾਹੇ ਨਾਮ ਰਹੂਗਾ, ਚਾਹੇ ਹਉਮੈ ਰਹੂਗਾ। ਚਾਹੇ ਨਾਮ ਨੂੰ ਰੱਖ ਲਈਏ, ਚਾਹੇ ਹਉਮੈ ਨੂੰ ਰੱਖ ਲਈਏ, ਰਹਿਣੀ ਇੱਕ ਚੀਜ਼ ਹੈ। ਦੋਨੇ ਨਹੀਂ ਰਹਿਣੀਆਂ, ਦੋਨੇ ਇੱਕ ਥਾਂ ਤੇ ਨਹੀਂ ਰਹਿਣੀਆਂ, ਕਿਉਂਕਿ ਇਹਨਾਂ ਦਾ ਆਪਸ ਚ ਵਿਰੋਧ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਹਉਮੈ ਦੇ ਵਿੱਚ ਤਾਂ ਕਹਿੰਦੇ ਸੇਵਾ ਵੀ ਨਹੀਂ ਹੋ ਸਕਦੀ, ਹਉਮੈ ਚ ਸੇਵਾ ਵੀ ਨਹੀਂ ਹੋ ਸਕਦੀ। ਹਾਂ, ਆਪਣੇ ਆਪ ਤੇ ਵਿਸ਼ਵਾਸ ਹੋਵੇ, ਆਪਣੇ ਆਪ ਤੇ ਕੌਨਫੀਡੈਂਸ ਹੋਵੇ, ਉਹ ਇੱਕ ਵੱਖਰਾ ਵਿਸ਼ਾ ਹੈ, ਵੱਖਰੀ ਗੱਲ ਹੈ। ਪਰ ਹੰਕਾਰ ਇੱਕ ਵੱਖਰੀ ਚੀਜ਼ ਹੈ। ਹੁਣ ਇੱਕ ਬੱਚਾ
ਜਿਹੜਾ ਸਕੂਲ 'ਚ ਗਿਆ ਉਹਦੇ ਨੰਬਰ ਘੱਟ ਆਏ, ਨਾਲ ਵਾਲੇ ਦੇ ਵੱਧ ਆਏ। ਉਹਨੇ ਕਿਹਾ ਕੋਈ ਗੱਲ ਨਹੀਂ, ਮੈਂ ਅਗਲੀ ਵਾਰ ਤੇਰੇ ਤੋਂ ਵੀ ਵੱਧ ਨੰਬਰ ਲੈ ਕੇ ਪਾਸ ਹੋਵਾਂਗਾ, ਤੇਰੇ ਤੋਂ ਵੱਧ ਨੰਬਰ ਲਵਾਂਗਾ। ਉਹਨੂੰ ਹੰਕਾਰ ਥੋੜਾ ਕਵਾਂਗੇ, ਤੇ ਆਪਣੇ ਅਗਲੇ ਦਾ ਵਿਸ਼ਵਾਸ ਹੈ, ਅਗਲੇ ਦਾ ਆਪਣੇ ਤੇ ਕੌਨਫੀਡੈਂਸ ਹੈ ਵੀ ਮੈਂ ਵੱਧ ਨੰਬਰ ਲਵਾਂਗਾ, ਮੈਂ ਪੜ੍ਹਾਈ ਕਰਾਂਗਾ, ਮੈਂ ਜ਼ੋਰ ਲਾਵਾਂਗਾ। ਹੰਕਾਰ ਜਿਹੜਾ ਸਾਨੂੰ ਬਹੁਤ ਨੀਵੇਂ ਲੈ ਜਾਂਦਾ ਹੈ, ਆਪਣੇ ਆਪ ਤੇ ਰੱਖਿਆ ਵਿਸ਼ਵਾਸ ਉਹ ਸਾਨੂੰ ਬਹੁਤ ਉੱਚੇ ਲੈ ਜਾਂਦਾ ਹੈ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਵਿਰਥਾ ਜਾਏ। ਕਹਿੰਦੇ ਹਉਮੈ ਚ ਤੁਸੀਂ ਸੇਵਾ ਨਹੀਂ ਕਰ ਸਕਦੇ, ਸਾਰਾ ਕੁਝ ਵਿਅਰਥ ਜਾਣਾ, ਕਿਸੇ ਕੰਮ ਨਹੀਂ ਆਉਣਾ। ਅਸੀਂ ਇਹਨਾਂ ਗੱਲਾਂ ਤੋਂ ਦੂਰ ਹੋਈਏ, ਕਿਉਂਕਿ ਅਸੀਂ ਉਸ ਇੱਕ ਮਾਲਕ ਦੀ ਹੀ ਜੋਗ ਹਾਂ। ਕਿਉਂਕਿ ਗੁਰੂ ਸਾਹਿਬ ਨੇ ਵਚਨ ਕਹੇ, ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ। ਲੋਕਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਖਾਈ। ਉਹ ਸਾਡੇ ਵਿੱਚ ਵਸਦਾ ਹੈ, ਸਾਡੇ ਵਿੱਚ ਹੀ ਹੈ ਉਹ ਪਰਮਾਤਮਾ, ਬਾਹਰ ਨਹੀਂ ਹੈ, ਸਾਡੇ ਅੰਦਰ ਹੈ। ਜਿਸ ਤਰ੍ਹਾਂ ਇੱਕ ਧਾਗਾ ਲੈ ਲਈਏ, ਅਸੀਂ ਧਾਗੇ ਦੇ ਵਿੱਚ ਹਜ਼ਾਰਾਂ ਮਣਕੇ ਪਾ ਲਈਏ, ਇੱਕੋ ਧਾਗੇ 'ਚ ਪਰੋਏ ਜਾਂਦੇ ਆ। ਤਾਂ ਗੁਰੂ ਸਾਹਿਬ ਕਹਿੰਦੇ ਭਾਈ ਸੂਤ ਏਕ ਮਨ सहंस जैसे, सूत एक मन सत सहंस जैसे, ओत पोत प्रभ सोई। जिस तरह कहते एक धागे दे विच मन होंदा मणके परोदे, सत सौ सहंस हजार, एक सूत मन सत सहंस जैसे, ओत पोत प्रभ सोई। जिवें कहते ताना ते पेटा एक दूजे दे विच मिक्स हो जाते हैं, हुंदा ते धागा ही है पर एक दूजे दे विच मिक्स हो जाते हैं। ताना ते पेटा हुंदे दोने ही धागे ने, एक दा ना ताना एक दा ना पेटा। इसे तरह ही परमात्मा सारिਆਂ ਦੇ ਵਿੱਚ ਵਸਦਾ है, परमात्मा ही है सारा कुछ। ਅਸੀਂ अपने आप ਨੂੰ ਉੱਚੇ ਤੇ ਨੀਵੇਂ ਨਾ ਕਰੀਏ। ਕਹੋ ਰੇ ਪੰਡਿਤ ਬਾਹਮਣ ਕਬ ਕੇ ਹੋਏ। ਭਗਤ ਕਬੀਰ ਸਾਹਿਬ ਕਹਿੰਦੇ ਦੱਸਿਓ ਮਾੜਾ ਜਿਹਾ ਭਾਈ, ਤੁਸੀਂ ਬਾਹਮਣ ਕਰਦੇ ਹੋਗੇ, ਬਾਹਮਣ ਕਦੇ ਹੋਗੇ ਦੱਸਿਓ। ਬ੍ਰਾਹਮਣ ਕੌਣ ਹੁੰਦਾ ਹੈ? ਜਿਹਨੇ ਬ੍ਰਾਹਮਣ ਨੂੰ ਜਾਣ ਲਿਆ, ਜਿਹਨੇ ਬ੍ਰਾਹਮਣ ਨੂੰ ਜਾਣ ਲਿਆ ਉਹ ਬ੍ਰਾਹਮਣ ਹੈ। ਕਹੋ ਰੇ ਪੰਡਿਤ ਬਾਹਮਣ ਕਬ ਕੇ ਹੋਏ। ਬਾਹਮਣ ਕਹਿ ਕੇ ਜਨਮ ਮਤ ਹੋਏ। ਕਹਿੰਦੇ ਇਸ ਗੱਲ ਦਾ ਹੰਕਾਰ ਕਰ ਲਿਆ ਭਾਈ ਤੈ, ਇਸ ਗੱਲ ਦਾ ਮਾਣ ਕਰ ਲਿਆ ਤੈ,
बार 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 ਉਹੀ ਗੱਲ ਰਿਪੀਟ ਵੀ ਅਸੀਂ ਤੇ ਜੀ ਉੱਚੀ ਕੁਲ ਦੇ ਹੁੰਦੇ ਆ, ਅਸੀਂ ਤੇ ਪੰਡਤ ਹੁੰਦੇ ਆ, ਅਸੀਂ ਤੇ ਬਾਹਮਣ ਹੁੰਦੇ ਆ। ਭਗਤ ਕਬੀਰ ਸਾਹਿਬ ਕਹਿੰਦੇ ਹੰਕਾਰ ਬੋਲਦਾ ਤੇਰੇ ਅੰਦਰ। ਜੇ ਤੂੰ ਆਪਣੇ ਆਪ ਤੇ ਮਾਣ ਕਰ ਲਿਆ ਨਾ, ਆਪਣੇ ਅਹੁਦਿਆਂ ਤੇ ਮਾਣ ਕਰ ਲਿਆ, ਤਾਂ ਤੇਰੀਆਂ ਪੜ੍ਹਾਈਆਂ ਵੀ ਵਿੱਚੇ ਰੁਲ ਜਾਣੀਆਂ। ਵਿੱਚੇ ਜਿੰਨਾ ਚਿਰ ਪਿਆਰ ਨਹੀਂ ਪਾਉਂਦਾ, ਜਿੰਨਾ ਚਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਨਹੀਂ ਨਾ ਪਾਉਂਦਾ, ਉਹਨਾਂ ਚਿਰ ਤੇਰੀਆਂ ਪੜ੍ਹਾਈਆਂ ਵੀ ਵਿੱਚੇ ਰੁਲ ਜਾਣਗੀਆਂ। ਹੁਣ ਜਦੋਂ ਰਾਵਣ ਦੇ ਬਾਬਤ ਸ਼ਬਦ ਪੜ੍ਹਦੇ ਆ, ਦੁਨੀਆ ਦੀਆਂ ਬਣਾਈਆਂ ਜਾਤਾਂ ਚੋਂ ਉੱਚੀ ਜਾਤ ਸੀ ਉਹਦੀ, ਬ੍ਰਾਹਮਣਾਂ ਦੇ ਘਰ ਦਾ ਜਨਮ ਸੀ। ਪੜ੍ਹਿਆ ਹੋਇਆ ਬਹੁਤ ਜ਼ਿਆਦਾ ਸੀ, ਸਿਆਣਾ ਵੀ ਬਹੁਤ ਸੀ, ਪਰ ਹੰਕਾਰ ਨੇ ਮਾਰ ਲਿਆ, ਹੰਕਾਰ ਨੇ ਮਾਰ ਲਿਆ। ਜਦੋਂ ਗੁਰਬਾਣੀ ਪੜ੍ਹੀ ਹੋਈ ਹੈ, ਗੁਰਬਾਣੀ ਦੇ ਸ਼ਬਦ ਪੜ੍ਹਦੇ ਆ, ਅਤ ਸੁੰਦਰ, ਅਤ ਸੁੰਦਰ, ਬਹੁਤ ਸੋਹਣਾ, ਬਹੁਤ, ਇੱਕ ਹੁੰਦਾ ਸੋਹਣਾ, ਇੱਕ ਹੁੰਦਾ ਬਹੁਤ ਸੋਹਣਾ। ਅਤ ਸੁੰਦਰ, ਕੁਲੀਨ, ਭਾਵ ਕਿ ਉੱਚੀ ਕੁੱਲ ਬਣਾਈ ਜਾਂਦੀ ਹੈ। ਅਤ ਸੁੰਦਰ, ਕੁਲੀਨ, ਚਤਰ, ਸਿਆਣਾ। ਅਸੀਂ ਸਾਰਾ ਕੁਝ ਆਪਣੇ ਨਾਲ ਜੋੜ ਲੈਂਦੇ ਹਾਂ। ਅਸੀਂ ਕਹਿੰਦੇ ਹਾਂ ਅਸੀਂ ਉੱਚੀ ਕੁੱਲ ਦੇ ਹਾਂ। ਸਾਡੇ ਵਰਗਾ ਕੌਣ ਹੈ ਇੱਥੇ ਸੰਸਾਰ 'ਚ? ਅਸੀਂ ਕਹਿੰਦੇ ਹਾਂ ਆਪਣੇ ਆਪ ਨੂੰ ਵੀ ਮੇਰੇ ਵਰਗਾ ਤੇ ਸੋਹਣਾ ਦੁਨੀਆ 'ਚ ਨਹੀਂ ਹੈ, ਮੇਰੇ ਵਰਗਾ ਸੋਹਣਾ ਨਹੀਂ ਹੈ। ਇਹੀ ਗੱਲ ਦਾ ਮਾਣ, ਜੇ ਅਸੀਂ ਨੇ ਸੋਹਣਾ ਬਣਨਾ ਹੈ ਨਾ, ਸੋਹਣਾ ਗੁਣਾ ਕਰਕੇ ਸੋਹਣਾ ਬਣੀਏ, ਗੁਣਾ ਕਰਕੇ ਗੁਣ ਪੈਦਾ ਕਰੀਏ ਆਪਣੇ ਅੰਦਰ। ਗੁਣ, ਕੀਮਤ ਪੈਣੀ ਹੈ ਗੁਣਾਂ ਦੀ, ਸੋਹਣੇਪਣ ਦੀ ਕੀਮਤ ਨਹੀਂ ਪੈਣੀ। ਅੱਜ ਰਿਸ਼ਤੇ ਅਸੀਂ ਵੇਖਦੇ ਹਾਂ ਆਪਣੇ ਧੀਆਂ ਪੁੱਤਰਾਂ ਵਾਸਤੇ, ਅਸੀਂ ਸੋਹਣਾ ਵੇਖਦੇ ਹਾਂ, ਸੋਹਣਾ ਵੇਖਦੇ ਹਾਂ, ਪਰ ਜਦੋਂ ਉਹ ਧੀ, ਉਹਨੂੰ ਚੁੱਲ੍ਹੇ ਚੌਂਕੇ ਦਾ ਹੀ ਨਹੀਂ ਪਤਾ, ਉਹਦੇ ਸੋਹਣੇ ਨੂੰ ਕੀ ਕਰਾਂਗੇ। ਤੇ ਉਹ ਜੇ ਸਦਾ ਹੀ ਠੇਕੇ ਤੇ ਖੜਿਆ ਰਹਿੰਦਾ ਹੈ, ਫਿਰ ਉਹਦੇ ਸੋਹਣੇ ਨੂੰ ਕੀ ਕਰਾਂਗੇ। ਅਸੀਂ ਗੁਣ ਵੇਖੀਏ, ਅਸੀਂ ਗੁਣ ਵੇਖੀਏ, ਰੰਗਾਂ ਨੂੰ ਨਾ ਵੇਖੀਏ। ਅਸੀਂ ਰੰਗਾਂ ਨੂੰ ਨਾ ਵੇਖੀਏ, ਗੁਣ ਵੇਖੀਏ। ਜੇ ਅਸੀਂ ਗੁਣ ਵੇਖ ਲਏ ਨਾ, ਗੁਣ, ਤਾਂ ਜ਼ਿੰਦਗੀ ਸੌਖੀ ਲੰਘਣੀ ਹੈ। ਜੇ ਅਸੀਂ ਇਕੱਲਾ ਸੋਹਣਾਪਣ ਵੇਖ ਲਿਆ, ਜ਼ਿੰਦਗੀ ਔਖੀ ਲੰਘਣੀ। ਜ਼ਿੰਦਗੀ ਸੌਖੀ ਲੰਘਾਉਣ ਵਾਸਤੇ ਅਸੀਂ ਆਪਣੇ ਅੰਦਰ ਵੀ ਗੁਣ ਪੈਦਾ ਕਰੀਏ। ਗੁਣ, ਜਿੰਨੇ ਸਾਡੇ ਚ ਗੁਣ ਹੋਣਗੇ, ਉਨੇ ਹੀ ਜ਼ਿੰਦਗੀ ਸੌਖੀ ਨਿਕਲਣੀ ਹੈ।
जिन्ने साडे च औगण होणगे उन्नी जिंदगी औखी लगनी। ये हुण देखना है असीं भी असीं अपनी जिंदगी नूं सौखा लगाउणा चाहुंदे आ कि असीं अपनी जिंदगी नूं औखा लगाउणा चाहुंदे आ। जे ते जिंदगी सौखी भालदे आ, गुण पैदा कर लीए, गुण इकट्ठे कर लीए। जे जिंदगी औखी लगाउणे चाहुंदे आ, औगणां दे भरे पई असीं। हम अवगुण भरे एक गुण नाही, अमृत छाड़ बिखै बिख खाही, माया मोह भरम भै भुले, सुतदारा स्यो प्रीत लगाई। एक उत्तम पंथ सुनियो गुर संगत, तेह मिलंत जमदास मिटाई। जुड़िए कि सही, जे असीं औगणां दे भरे होए आ ना, औगणां दे, तां गुरु सब गुणां दे भरे होए ने। तेरे कबन कबन गुण कह कह गावा, तू साहिब गुणी निधाना। फिर इन्हां तो एक एक गुण लैके, एक एक गुण लैके असीं भी गुणवान बन सकते, पर असीं गुण लैना नहीं, असीं गुण लैना नहीं चाहुंदे। अत सुंदर कुलीन चतर, मुख ज्ञानी, ज्ञान बहुत सी, ज्ञान बहुत सी। पर गुरु साहब ने कहा मृतक कहिए नानका, जिन प्रीत नहीं भगवंत। कहते ना प्यार नहीं पाया, अपने आप नूं सोहना ਇਹਦਾ ਹੰਕਾਰ ਕਰ ਲਿਆ ਵੀ ਮੈਂ ਬਹੁਤ ਸੌਖਾ। ਇਸ ਗੱਲ ਦਾ ਹੰਕਾਰ ਕਰ ਲਿਆ ਵੀ ਮੈਂ ਤੇ ਉੱਚੀ ਕੁੱਲ 'ਚ ਜੰਮਿਆ। ਇਸ ਗੱਲ ਦਾ ਹੰਕਾਰ ਕਰ ਲਿਆ ਵੀ ਮੈਂ ਤੇ ਵਿਦਵਾਨ ਬਹੁਤ ਵੱਡਾ, ਸਿਆਣਾ ਮੈਂ ਬਹੁਤ। ਇਸ ਗੱਲ ਦਾ ਹੰਕਾਰ ਕਰ ਲਿਆ ਵੀ ਮੈਂ ਤੇ 4 ਵੇਦ ਜਵਾਨੀ ਯਾਦ ਕਰ ਲਈ। ਇਹਨਾਂ ਚੀਜ਼ਾਂ ਦੇ ਹੰਕਾਰ ਨੇ ਖਤਮ ਕਰਕੇ ਰੱਖਤਾ ਸਾਰਾ ਕੁਝ, ਤੇ ਪਿਆਰ ਨਹੀਂ ਪਾਇਆ ਗੁਰੂ ਨਾਲ। ਪਿਆਰ ਅਸੀਂ ਪਿਆਰ ਪਾਈਏ, ਪਿਆਰ ਗੁਰੂ ਨਾਲ। ਬਾਂਦਰ ਕਹਿ ਕਹਿ ਜਨਮ ਮਤ ਹੋਏ, ਆਪਣੇ ਜਨਮ ਨੂੰ ਵਿਅਰਥ ਨਾ ਗਵਾ ਲਈਏ ਇੰਨਾਂ ਹੀ ਗੱਲਾਂ 'ਚ ਫਸ ਗਈ ਵੀ ਮੈਂ ਤੇ ਉੱਚੀ ਬੋਲਦਾ, ਮੈਂ ਤੇ ਉੱਚੀ ਬੋਲਦਾ, ਰੌਲਾ ਪਾਉਂਦੇ। ਕਹਿੰਦੇ ਇਹ ਗੱਲਾਂ ਦਾ ਹੰਕਾਰ ਨਾ ਕਰੀਏ, ਇਹਨਾਂ ਗੱਲਾਂ ਦਾ ਮਾਣ ਨਾ ਕਰੀਏ। ਨਾ ਪੈਸੇ ਦੇ ਰਹਿਣੇ, ਨਾ ਜਵਾਨੀ ਹੀ ਰਹਿਣੇ, ਨਾ ਉੱਚੀ ਕੁੱਲ ਨਹੀਂ ਰਹਿਣੇ। ਰਹਿਣਾ ਜੇ ਤਾਂ ਗੁਰਾਂ ਨੇ ਰਹਿਣਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਚੱਲੇ ਨੇ, ਤੇ ਜੇ ਉਹਨਾਂ ਕੋਲ ਗੁਣ ਸੀ ਤਾਂ ਅੱਜ ਵੀ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ, ਅੱਜ ਵੀ ਯਾਦ ਕਰਦੇ ਹਾਂ। ਔਗਣਾਂ ਵਾਲੇ ਤੇ ਲੋਕ ਉਦੋਂ ਬਥੇਰੇ ਹੋਣਗੇ ਜਿਨ੍ਹਾਂ ਨੂੰ ਅੱਜ ਵੀ ਲਾਹਨਤਾਂ ਪੈਂਦੀਆਂ ਨੇ, ਅੱਜ ਵੀ ਲਾਹਨਤਾਂ ਪੈਂਦੀਆਂ ਨੇ, ਪਰ ਅਸੀਂ ਆਪਣੇ ਅੰਦਰ ਗੁਣ ਪੈਦਾ ਕਰੀਏ। ਇਹਨਾਂ ਗੱਲਾਂ ਦਾ ਹੰਕਾਰ ਨਾ ਕਰਦੇ ਫਿਰੀਏ ਵੀ ਮੈਂ ਉੱਚੀ ਬੋਲਦਾ, ਮੈਂ ਉੱਚੀ ਬੋਲਦਾ, ਰੌਲਾ ਪਾਉਂਦੇ ਨਾ ਫਿਰੀਏ। ਤੁਸੀਂ ਗੁਣ ਇਕੱਠੇ ਕਰੋ। ਗੁਣ ਜੇ
ਦੀਆਂ ਬਣੀਆਂ ਨੀਵੀਆਂ ਜਾਤਾਂ 'ਚ ਵੀ ਸਾਡਾ ਜਨਮ ਹੋ ਗਿਆ, ਅਸੀਂ ਫਿਰ ਵੀ ਗੁਣ ਇਕੱਠੇ ਕਰਕੇ ਫਿਰ ਵੀ ਉੱਚੇ ਬਣ ਸਕਦੇ ਹਾਂ, ਬਣ ਸਕਦੇ ਹਾਂ ਅਸੀਂ। ਤਾਂ ਭਗਤ ਕਬੀਰ ਸਾਹਿਬ ਕਹਿੰਦੇ ਜਾਓ ਤੂੰ ਬ੍ਰਾਹਮਣ ਬ੍ਰਾਹਮਣੀ ਗਾਇਆ, ਕਹਿੰਦੇ ਮੰਨ ਲੈਂਦੇ ਆ। ਭਗਤ ਕਬੀਰ ਸਾਹਿਬ ਕਹਿੰਦੇ ਜੇ ਤੂੰ ਬ੍ਰਾਹਮਣ ਹੈ, ਬ੍ਰਾਹਮਣੀ ਦੀ ਕੁੱਖ ਤੋਂ ਜਨਮ ਹੋਇਆ, ਜਾਓ ਤੂੰ ਬ੍ਰਾਹਮਣ ਬ੍ਰਾਹਮਣੀ ਗਾਇਆ, ਕਹਿੰਦੇ ਮੰਨ ਲੈਂਦੇ ਆ ਤੇਰੀ ਗੱਲ, ਤਾਂ ਆਨ ਵਾਟ ਕਾਹੇ ਨਹੀਂ ਆਇਆ। ਕਹਿੰਦੇ ਫਿਰ ਜਿਹੜੇ ਰਸਤੇ ਤੇ ਸਾਰੀ ਦੁਨੀਆ ਇਸ ਸੰਸਾਰ 'ਚ ਆਈ, ਫਿਰ ਤੂੰ ਹੋਰ ਰਸਤੇ ਕਿਉਂ ਨਹੀਂ ਆਇਆ? ਉਹੀ ਰਸਤਾ ਤੇਰੇ ਵਾਸਤੇ ਹੈ। ਫਿਰ ਤੂੰ ਆਪਣੇ ਆਪ ਨੂੰ ਉੱਚੀ ਕੁੱਲ ਦਾ ਕਿਵੇਂ ਕਹਾ ਰਿਹਾ ਹੈ? ਆਪਣੇ ਆਪ ਤੇ ਮਾਣ ਕਾਹਦਾ ਕਰਦਾ ਹੈ? ਆਪਣੇ ਆਪ ਤੇ ਕਾਹਦਾ ਮਾਣ ਕਰਦਾ? ਪਤਾ ਤਾਂ ਲੱਗੇ ਵਿਆਹ ਗੱਲ ਦਾ ਮਾਣ ਕਰਦੇ ਹਾਂ ਅਸੀਂ। ਉੱਚਾ ਇਨਸਾਨ ਹੁੰਦਾ ਹੈ ਗੁਨਾਹ ਕਰਕੇ, ਗੁਨਾਹ ਕਰਕੇ। ਨੀਚ ਕੌਣ ਹੁੰਦਾ ਹੈ? ਔਗਣਾ ਕਰਕੇ। ਔਗਣਾ ਕਰਕੇ ਅਸੀਂ ਨੀਚ ਹਾਂ ਤੇ ਗੁਨਾਹ ਕਰਕੇ ਅਸੀਂ ਉੱਚੇ ਹਾਂ। ਉਸ ਮਾਲਕ ਨੇ ਸਾਨੂੰ ਸਾਰਿਆਂ ਨੂੰ ਅਵਲ ਅੱਲ੍ਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਅਵਲ ਅੱਲ੍ਹ ਨੂਰ ਉਪਾਇਆ। ਉਹਦੀ ਜੋਤ ਹੈ ਸਾਰਿਆਂ ਨੂੰ, ਵੱਖਰੀ ਨਹੀਂ ਹੈ ਕਿਸੇ 'ਚ ਕਿ ਵੱਖਰੀ ਕੋਈ ਜੋਤ ਕੰਮ ਕਰਦੀ ਹੈ, ਸਾਰਿਆਂ 'ਚ ਉਹੀ ਮਾਲਕ ਦੀ ਜੋਤ ਕੰਮ ਕਰਦੀ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਸਾਰਿਆਂ 'ਚ ਉਹੀ ਪਰਮਾਤਮਾ ਵਰਤਦਾ ਹੈ, ਸਾਰਿਆਂ 'ਚ ਉਹੀ ਪਰਮਾਤਮਾ ਵਰਤਦਾ ਹੈ, ਸਾਰਿਆਂ 'ਚ ਉਹੀ ਪਰਮਾਤਮਾ ਵਰਤਦਾ ਹੈ ਭਾਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾਂ ਕੋ ਸਾਂਝਾ, ਸਾਰਿਆਂ ਵਾਸਤੇ ਸਾਂਝਾ ਹੈ ਭਾਈ ਉਪਦੇਸ਼ ਜਿਹੜਾ ਗੁਰੂ ਦਾ, ਕਿਸੇ ਇੱਕ ਵਾਸਤੇ ਥੋੜ੍ਹਾ। ਕੰਮ ਨੇ ਆਪੋ ਆਪਣੇ, ਕੰਮ ਨੇ ਆਪੋ ਆਪਣੇ, ਆਪੋ ਆਪਣੇ ਕੰਮ। ਅਸੀਂ ਆਪੋ ਆਪਣੇ ਕੰਮਾਂ ਨੂੰ ਬੜੇ ਵਧੀਆ ਤਰੀਕੇ ਨਾਲ ਕਰੀਏ। ਨੀਵੇਂ ਕਿਉਂ ਹੋਵਾਂਗੇ ਅਸੀਂ? ਗੁਰੂ ਸਾਹਿਬ ਕਹਿੰਦੇ ਭਾਈ ਤਾਂ ਆਨ ਵਾਟ ਕਾਹੇ ਨਹੀਂ ਆਇਆ। ਕਹਿੰਦੇ ਫਿਰ ਤੂੰ ਹੋਰ ਰਸਤੇ ਤੇ ਕਿਉਂ ਨਹੀਂ ਆਇਆ ਭਾਈ? ਜਿਹੜੇ ਰਸਤੇ ਤੇ ਸਾਰੀ ਦੁਨੀਆ ਆ ਰਹੀ ਹੈ, ਇਸ ਸੰਸਾਰ 'ਚ ਜਿਹੜੇ ਰਸਤੇ ਤੇ ਸਾਰੀ ਦੁਨੀਆ ਆ ਰਹੀ ਹੈ, ਉਹੀ ਰਸਤੇ ਤੂੰ ਆਇਆ। ਜਿਹੜੇ ਰਸਤੇ ਤੇ ਸਾਰੀ ਦੁਨੀਆ ਜਾ ਰਹੀ ਹੈ, ਉਹੀ ਰਸਤੇ ਤੇ ਤੂੰ ਚੱਲੇ ਕਿਤੇ। ਜਿਹੜੇ ਫੱਟੇ ਤੇ ਪਿੰਡ ਦੇ ਅਮੀਰ ਬੰਦੇ ਨੂੰ ਪਾ ਕੇ ਲੈ ਕੇ ਜਾਇਆ ਜਾਂਦਾ ਹੈ, ਉਹੀ ਫੱਟੇ ਤੇ ਪਿੰਡ ਦੇ ਗਰੀਬ ਬੰਦੇ ਨੂੰ ਪਾ ਕੇ ਲਿਜਾਇਆ ਜਾਂਦਾ ਹੈ। ਜਦੋਂ ਮੌਤ ਹੋ ਜਾਂਦੀ ਹੈ, ਸ਼ਮਸ਼ਾਨ ਘਾਟ ਲੈ ਕੇ ਜਾਂਦੇ ਆ, ਉਹੀ ਫੱਟੇ ਤੇ ਪਿੰਡ ਦਾ ਸਭ ਤੋਂ ਅਮੀਰ ਬੰਦਾ ਉਹ ਫੱਟੇ ਤੇ ਪਿਆ, ਉਹੀ ਫੱਟੇ ਤੇ ਪਿੰਡ ਦਾ ਸਭ ਤੋਂ ਗਰੀਬ ਬੰਦਾ ਉਸੇ ਫੱਟੇ ਤੇ ਪਿਆ। ਕਹਿੰਦੇ ਹੁਣ ਕੱਢ ਲੈ ਫਰਕ। ਉਹੀ ਫੱਟੇ ਤੇ ਪਿਆ,
ਮਾਣ ਕਰਦਾ ਰਿਹਾ ਸਾਰੀ ਜ਼ਿੰਦਗੀ, ਮਾਣ ਕਰਦਾ ਰਿਹਾ ਸਾਰੀ ਜ਼ਿੰਦਗੀ ਆਪਣੀ ਵਿਦਵਤਾ ਤੇ, ਮਾਣ ਕਰਦਾ ਰਿਹਾ ਸਾਰੀ ਜ਼ਿੰਦਗੀ ਆਪਣੀ ਕੁਲ ਤੇ, ਮਾਣ ਕਰਦਾ ਰਿਹਾ ਸਾਰੀ ਜ਼ਿੰਦਗੀ ਆਪਣੇ ਪੈਸੇ ਤੇ। ਕਹਿੰਦੇ ਆ ਚੱਲਿਆ ਉਹੀ ਫੱਟੇ ਤੇ, ਜਿਹੜੇ ਫੱਟੇ ਤੇ ਪਿੰਡ ਦਾ ਸਾਰਿਆਂ ਤੋਂ ਗਰੀਬ ਬੰਦਾ ਪਿਆ ਸੀ, ਉਹੀ ਫੱਟੇ ਤੇ ਲੈ ਕੇ ਚੱਲਿਆ, ਉਹੀ ਫੱਟੇ ਤੇ। ਵੱਖਰਾ ਕੀ ਹੈ ਫਿਰ? ਕਹਿੰਦੇ ਮਾਣ ਕਿਉਂ ਕਰਦੇ ਆ ਅਸੀਂ, ਮਾਣ ਕਿਉਂ ਕਰਦੇ ਆ? ਹੰਕਾਰ ਛੱਡੀਏ, ਹੰਕਾਰ ਛੱਡੀਏ। ਇੱਥੇ ਤੇ ਵੱਡੇ ਵੱਡੇ ਆ ਕੇ ਚਲੇ ਗਏ। ਲੰਕਾ ਗੜ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। ਲੰਕਾ ਗੜ ਸੋਨੇ ਕਾ ਪਿਆ, ਉਹਦੀ ਤੇ ਸਾਰੀ ਲੰਕਾ ਹੀ ਸੋਨੇ ਦੀ ਸੀ ਕਹਿੰਦੇ ਰਾਵਣ ਦੀ, ਪਰ ਗੁਰੂ ਸਾਹਿਬ ਨੇ ਮੂਰਖ ਲਿਖਿਆ ਉਹਨੂੰ। ਮੂਰਖ ਰਾਵਣ ਕਿਆ ਲੈ ਗਿਆ? ਕਹਿੰਦੇ ਕੀ ਲੈ ਗਿਆ ਇੱਥੇ ਜ਼ਿੰਦਗੀ ਚ, ਕੀ ਲੈ ਗਿਆ? ਅਸੀਂ ਇਸ ਸੰਸਾਰ ਤੇ ਆਏ ਹਾਂ ਗੁਣ ਇਕੱਠੇ ਕਰੀਏ। ਗੁਣ ਕਿਤੋਂ ਵੀ ਲੈ ਸਕਦੇ ਆ, ਗੁਣ ਕਿਤੋਂ ਵੀ ਲੈ ਸਕਦੇ ਆ। ਜਦੋਂ ਅਸੀਂ ਕਿਸੇ ਨਾਲ ਬੈਠ ਕੇ ਗੱਲਾਂ ਕਰਦੇ ਆ ਨਾ, ਉਹ ਗੱਲਾਂ ਚੋਂ ਵੀ ਅਸੀਂ ਗੁਣ ਪੈਦਾ ਕਰ ਸਕਦੇ, ਇਕੱਠੇ ਕਰ ਸਕਦੇ। ਗੁਣ, ਜੇ ਗੁਣ ਵਧੀਆ ਲੱਗ, ਕਿਸੇ ਦੀ ਗੱਲ ਵਧੀਆ ਲੱਗਦੀ ਹੈ ਵੀ ਮੇਰੇ ਕੰਮ ਆਉਣ ਵਾਲੀ ਹੈ, ਉਹਨੂੰ ਤੁਸੀਂ ਆਪਣੇ ਜੀਵਨ ਚ ਲਾਗੂ ਕਰ ਲਓ, ਗੁਣ ਬਣ ਗਿਆ। ਜੇ ਕਿਸੇ ਨੇ ਗੱਲ ਸੁਣਾਈ, ਉਹ ਸਾਡਾ ਜੀਵਨ ਬਰਬਾਦ ਕਰਨ ਦੇ ਵਾਸਤੇ ਹੈ ਗੱਲ, ਅਸੀਂ ਉਹਨੂੰ ਵੀ ਆਪਣੇ ਤੇ ਲਾਗੂ ਕਰ ਲਿਆ, ਸਾਰਾ ਕੁਝ ਤਬਾਹ ਹੋ ਗਿਆ। ਅਸੀਂ ਔਗਣਾਂ ਨੂੰ ਛੱਡ ਦਈਏ, ਗੁਣਾਂ ਨੂੰ ਗ੍ਰਹਿਣ ਕਰ ਲਈਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਇਹਦੇ ਗੁਣਾਂ ਦਾ ਸੰਗ੍ਰਹਿ ਹੈ, ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਦਾ ਭੰਡਾਰ ਹੈ। ਇਹਦੇ ਵਿੱਚੋਂ ਚੁੱਪੀ ਲਾ ਕੇ ਅਸੀਂ ਵੀ ਗੁਣਗਾਨ ਬਣ ਸਕਦੇ, ਪਰ ਕੋਸ਼ਿਸ਼ ਨਹੀਂ ਕੀਤੀ। ਕੋਸ਼ਿਸ਼ ਨਹੀਂ ਕੀਤੀ ਵੀ ਅਸੀਂ ਗੁਣ ਇਕੱਠੇ ਕਰ ਲਈਏ, ਗੁਣ ਪੈਦਾ ਕਰ ਲਈਏ। ਕੋਸ਼ਿਸ਼ ਨਹੀਂ ਕੀਤੀ। ਅਸੀਂ ਕੋਸ਼ਿਸ਼ ਕਰੀਏ, ਕੋਸ਼ਿਸ਼ ਕਰੀਏ। ਇਹ ਤੇ ਖਜ਼ਾਨਾ ਬਹੁਤ ਵੱਡਾ ਹੈ ਗੁਣਾਂ ਦਾ, ਪਰ ਹੋਇਆ ਕਿ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਜੇ ਖੋਲ ਕੇ ਵੇਖਾਂਗੇ ਨਾ, ਜੇ ਖੋਲ ਕੇ ਵੇਖਾਂਗੇ ਤਾਂ ਖਜ਼ਾਨਾ ਮਿਲਣਾ ਨਾ। ਜੇ ਖੋਲ ਕੇ ਨਹੀਂ ਵੇਖਿਆ ਖਜ਼ਾਨੇ ਨੂੰ, ਫਿਰ ਉਹਦੇ ਵਿੱਚੋਂ ਮਿਲਣਾ ਥੋੜਾ ਕੁਛ, ਫਿਰ ਨਹੀਂ ਮਿਲਣਾ। ਸਾਨੂੰ ਖਜ਼ਾਨੇ ਨੂੰ ਖੋਲ ਕੇ ਵੇਖਣਾ ਪੈਣਾ ਵੀ ਇਹਦੇ ਵਿੱਚ ਹੈ ਕੀ। ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਗੁਣਾਂ ਦੇ ਨਾਲ ਭਰਿਆ ਪਿਆ ਖਜ਼ਾਨਾ, ਪਰ ਖੋਲ ਕੇ ਤਾਂ ਭਗਤ ਕਬੀਰ ਸਾਹਿਬ ਕਹਿੰਦੇ ਤਵਾਨ ਵਾਟ ਕਾਹੇ ਨਹੀਂ ਆਇਆ। ਫਿਰ ਕੋਈ ਵੱਖਰੇ ਰਸਤੇ ਆਉਣਾ ਸੀ ਭਾਈ ਤੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ। ਕਹਿੰਦੇ ਜਦੋਂ ਉਹੀ ਮਾਂ ਦੇ ਪੇਟੋਂ ਤੂੰ ਜੰਮ ਰਿਹਾ, ਉਹੀ ਮਾਂ ਦੇ ਪੇਟੋਂ ਮੈਂ ਜੰਮ ਰਿਹਾ, ਉਹੀ ਰਸਤੇ ਪ੍ਰਮਾਤਮਾ ਨੇ ਤੈਨੂੰ ਭੇਜਿਆ, ਉਹੀ ਰਸਤੇ ਪ੍ਰਮਾਤਮਾ ਨੇ ਮੈਨੂੰ ਭੇਜਿਆ।
ਤੂੰ ਕਿਵੇਂ ਬ੍ਰਾਹਮਣ ਬਣ ਗਿਆ ਤੇ ਮੈਂ ਕਿਵੇਂ ਸ਼ੂਦਰ ਬਣ ਗਿਆ? ਇਹਦੇ ਬਾਰੇ ਤੇ ਚਾਨਣਾ ਪਾ, ਇਹਦੇ ਬਾਰੇ ਤੇ ਦੱਸ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਮੈਂ ਕਿਵੇਂ ਸ਼ੂਦਰ ਬਣ ਗਿਆ? ਗੱਲ ਹੈਗੀ ਹੈ ਸਾਡੇ ਕੰਮਾਂ, ਅਸੀਂ ਕਿਸ ਤਰ੍ਹਾਂ ਦੇ ਕੰਮ ਕਰਦੇ ਹਾਂ। ਅੱਜ ਵੇਖਦੇ ਹਾਂ ਕਿ ਬੱਚੀ ਨੂੰ ਪੇਟ ਦੇ ਵਿੱਚ ਹੀ ਮਾਂ ਨੇ ਕਤਲ ਕਰਾ ਦਿੱਤਾ। ਉਹਨਾਂ ਨੂੰ ਕੀ ਕਹਾਂਗੇ? ਬ੍ਰਾਹਮਣ ਕਹਾਂਗੇ? ਉਹ ਤਾਂ ਸ਼ੂਦਰਾਂ ਵਾਲਾ ਕੰਮ ਹੋ ਗਿਆ, ਸੂਦ ਹੋ। ਉਹਨਾਂ ਨੂੰ ਕਿਵੇਂ ਕਹਾਂਗੇ ਉੱਚੀ ਕੁੱਲ? ਉਹਨਾਂ ਨੂੰ ਉੱਚੀ ਕੁੱਲ ਨਹੀਂ ਕਰ ਸਕਦੇ। ਜਿਹੜਾ ਪਰਿਵਾਰ ਕਹਿੰਦਾ ਕਿ ਅਸੀਂ ਇਸ ਬੱਚੀ ਨੂੰ ਜੰਮਣ ਤੋਂ ਪਹਿਲੇ ਹੀ ਮਾਰ ਦਿਆਂਗੇ, ਤੇ ਉਹ ਮਾਂ ਕਹਿੰਦੀ ਆ ਮਰ ਜਾਗੀ ਮੈਂ, ਪਰ ਮੈਂ ਆਪਣੇ ਬੱਚੀ ਨੂੰ ਮਾਰਨਾ ਨਹੀਂ। ਫਿਰ ਉਹਨੂੰ ਨੀਚ ਕਿਵੇਂ ਕਹਿ ਦਿਆਂਗੇ? ਕਿਉਂਕਿ ਉਹਦੀ ਸੋਚ ਵੱਡੀ ਹੈ, ਸੋਚ ਵੱਡੀ ਹੈ। ਅਸੀਂ ਇੱਕ ਬੱਚੇ ਦਾ ਕਤਲ ਕਰਦੇ ਹਾਂ ਮਾਂ ਦੇ ਪੇਟ 'ਚ। ਇਹ ਨਾ ਸਮਝਿਓ ਵੀ ਇੱਕ ਬੱਚੇ ਦਾ ਕਤਲ ਹੋਇਆ, ਨਹੀਂ। ਹੋ ਸਕਦਾ ਹੈ ਉਹਨੇ, ਬੱਚੀ ਨੇ ਪੜ੍ਹ ਕੇ ਇੱਕ ਕਾਬਲ ਡਾਕਟਰ ਬਣਨਾ ਸੀ। ਕਾਬਲ ਡਾਕਟਰ ਬਣਨ ਤੋਂ ਬਾਅਦ ਉਹਨੇ ਕਿੰਨਿਆਂ ਦੀ ਜਾਨ ਬਚਾਉਣੀ ਸੀ। ਕਿੰਨਿਆਂ ਦਾ ਕਤਲ ਹੋਇਆ, ਕਿੰਨਿਆਂ ਦਾ ਕਤਲ ਹੋਇਆ। ਹੋ ਸਕਦਾ ਉਸ ਬੱਚੀ ਨੇ ਪੜ੍ਹਨ ਤੋਂ ਬਾਅਦ ਇਸ ਦੇਸ਼ ਦੀ ਪ੍ਰਧਾਨ ਮੰਤਰੀ ਬਣਨਾ ਹੋਵੇ। ਉਹਨੇ ਇਸ ਸੰਸਾਰ ਨੂੰ ਵਧੀਆ ਦਿਸ਼ਾ ਦੇਣੀ ਹੋਵੇ। ਅਸੀਂ ਉਹਦਾ ਕਤਲ ਕਰਤਾ, ਸਮਝ ਲਓ ਦੇਸ਼ ਦੀ ਪ੍ਰਧਾਨ ਮੰਤਰੀ ਦਾ ਕਤਲ ਕਰਤਾ। ਅਸੀਂ ਇਕੱਲਾ ਉੱਥੇ ਹੀ ਨਾ ਖੜੀਏ, ਅਸੀਂ ਦੂਰ ਤੱਕ ਸੋਚ ਕੇ ਵੇਖੀਏ, ਦੂਰ ਤੱਕ ਵੀ ਇਹਦਾ ਸਿੱਟਾ ਕੀ ਨਿਕਲ ਰਿਹਾ। ਅਸੀਂ ਕਦੇ ਸੋਚਿਆ ਨਹੀਂ। ਅਸੀਂ ਸੋਚਣ ਤੋਂ ਪਹਿਲਾਂ ਕੰਮ ਕਰ ਦਿੰਦੇ ਹਾਂ। ਪਹਿਲਾਂ ਬੰਦੇ ਨੂੰ ਸੋਚਣਾ ਪੈਣਾ ਵੀ ਮੈਂ ਆਹ ਕੰਮ ਕਰਨ ਲੱਗਿਆ, ਇਹਦੇ ਵਿੱਚੋਂ ਮੈਨੂੰ ਕਿੰਨਾ ਕੁ ਨਫਾ ਹੋਣਾ, ਕਿੰਨਾ ਕੁ ਨੁਕਸਾਨ ਹੋਣਾ, ਕਿੰਨਾ ਕੁ ਨਫਾ ਹੋਣਾ, ਕਿੰਨਾ ਕੁ ਨੁਕਸਾਨ ਹੋਣਾ। ਇਹ ਸੋਚਣਾ ਪੈਣਾ ਸਾਨੂੰ। ਜਦੋਂ ਅਸੀਂ ਇਹ ਗੱਲਾਂ ਵੱਲ ਧਿਆਨ ਦੇਵਾਂਗੇ, ਇਹ ਗੱਲਾਂ ਸੋਚਾਂਗੇ, ਫਿਰ ਅਸੀਂ ਮਾੜਿਆਂ ਕੰਮਾਂ ਤੋਂ ਬਚ ਜਾਵਾਂਗੇ, ਫਿਰ ਬਚ ਜਾਵਾਂਗੇ। ਨਹੀਂ ਤੇ ਮਾੜੇ ਕੰਮ ਸਾਡੇ ਅੰਦਰ ਘਰ ਕਰਾਂਗੇ, ਘਰ ਕਰਾਂਗੇ। ਜਿਸ ਤਰ੍ਹਾਂ ਇੱਕ ਰੋਗ ਲੱਗ ਜਾਂਦਾ ਕਿਸੇ ਨੂੰ, ਰੋਗ, ਜੇ ਉਹਦੀ ਦਵਾਈ ਅਸੀਂ ਲੈ ਲਈਏ ਪਹਿਲਾਂ ਹੀ, ਉਹ ਰੋਗ ਮਿਟ ਜਾਂਦਾ। ਪਰ ਜੇ ਉਹਦੀ ਦਵਾਈ ਨਾ ਲਈ, ਅਣਗੌਲਿਆ ਕਰਦਾ, ਤਾਂ ਰੋਗ ਵੱਧਦਾ 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 ਅਸਾਧ ਰੋਗ ਬਣ ਜਾਂਦਾ, ਜਿਹਦਾ ਫਿਰ ਕੋਈ ਇਲਾਜ ਨਹੀਂ ਹੁੰਦਾ, ਜਿਹਦਾ ਕੋਈ ਇਲਾਜ ਨਹੀਂ ਹੁੰਦਾ। ਅਸੀਂ ਆਪਣੇ ਅੰਦਰ ਇਸ ਤਰ੍ਹਾਂ ਦੇ ਖਿਆਲ ਪੈਦਾ ਕਰ ਲਏ, ਜਿਹੜੇ ਅੱਜ ਸਾਡੇ ਅੰਦਰ ਖਿਆਲ ਪੈਦਾ ਹੋਏ, ਉਹਨਾਂ ਨੂੰ ਅਸੀਂ ਖਤਮ ਕਰਨ ਦੀ ਬਜਾਏ ਹੋਰ ਹੋਰ ਖਿਆਲਾਂ 'ਚ ਡੁੱਬਦੇ ਗਏ, ਹੋਰ ਖਿਆਲਾਂ 'ਚ ਡੁੱਬਦੇ ਗਏ। ਇੱਕ ਦਿਨ ਐਸਾ ਹੋਣਾ ਵੀ ਉਹ ਮਾੜੇ ਖਿਆਲਾਂ ਦੇ ਵਿੱਚੋਂ ਨਿਕਲਣਾ ਹੀ ਮੁਸ਼ਕਲ ਹੋ ਜਾਣਾ।
फिर नहीं निकलिया जाना, फिर नहीं निकलिया जाना, फिर तो औखा हो जाएगा, फिर औखा हो जाना है। जे इंसान दल दे विच धस गया फिर उहदे विचों निकलना औखा हो जाता है, उहदे विचों निकलना मुश्किल हो जाता है जदों असीं दल दे विच धस गए हां। हुण असीं धसदे जा रहे हां विच, पर जे असीं गुरु साहब नूं कहिए भी सच्चे पातशाह तुसीं पहुंचा फड़ लो, बांह फड़ लो तुसीं, फिर तो निकले जावांगे ना दल। जे असीं दल दे विच धस गए फिर तो साडे ये कहण दी हिम्मत नहीं होनी भी सच्चे पातशाह बांह फड़ा, फिर नहीं है। तुम कत ब्राह्मण हम कत सूद, कहते ये तो दस दे तुसीं कदों दे ब्राह्मण बन गए ते असीं कद किते शूदर बन गए, ये तो दस दो। हम कत लोहू तुम कत दूध, कहते नाले एक गल होर सुन लियो हंकारियो, सुन लियो गल, तुसीं अपने शरीर चों भी खून कढ के वेखो ਜਿਹੜੇ ਉੱਚੀ ਕੁੱਲ ਦਾ ਮਾਣ ਕਰਦੇ ਆ ਵੀ ਮੈਂ ਤੇ ਬਹੁਤ ਉੱਚੀ ਕੁੱਲ ਦਾ ਭਾਈ, ਮੈਂ ਤੇ ਦੁਨੀਆ ਤੋਂ ਵੱਖਰਾ, ਮੈਂ ਤੇ ਵੱਖਰਾ। ਕਦੇ ਆਪਣੇ ਸਰੀਰ ਚੋਂ ਕੱਟ ਲਾ ਕੇ ਨਾ ਦੇਖਿਓ ਵੀ ਕੀ ਨਿਕਲਦਾ ਹੈ। ਸਾਡੇ ਸਰੀਰ ਚੋਂ ਖੂਨ ਨਿਕਲਦਾ ਹੈ, ਜਿਹਨੂੰ ਕਹਿੰਦੇ ਹੋ ਤੁਸੀਂ ਵੀ ਸ਼ੂਦਰ ਹੈ, ਕਿਤੇ ਨੀਵੀਂ ਜਾਤ ਦਾ ਹੈ, ਕਹਿੰਦੇ ਉਹਦੇ ਸਰੀਰ ਤੇ ਵੀ ਕੱਟ ਲਾ ਕੇ ਦੇਖਿਓ ਵੀ ਉਹਦੇ ਸਰੀਰ ਚੋਂ ਕੀ ਨਿਕਲਦਾ। ਜੇ ਤੇ ਦੋਨਾਂ ਦੇ ਸਰੀਰ ਚੋਂ ਨਿਕਲਿਆ ਖੂਨ ਫਿਰ ਤੇ ਅਸੀਂ ਸਾਰੇ ਇੱਕੋ ਹੀ ਆ। ਜੇ ਉੱਚੀ ਕੁੱਲ ਵਾਲੇ ਦੇ ਸਰੀਰ ਚੋਂ ਕੱਟ ਲਾਏ ਤੋਂ ਦੁੱਧ ਨਿਕਲਿਆ फिर तो मान लांगे भी की कुल दे हो तुसीं, फिर तो मान लांगे। पर जे खून निकलिया फिर तो भगत कबीर साहब कहते हम कत लोहू तुम कत दूध, कहते साडे शरीर चों निरा लहू निकलदा ते तुहाडे शरीर चों किवें दुध निकलिया, ये तो दस दिओ। निकलते तुहाडे शरीर चों भी खून ही रहा है, ये भुलेखियां चों बाहर निकलो। असीं जे उच्चे बनना तो गुण पैदा करिए, गुण अपने कर्म वधिया बनाइए। कर्म हुण अगला कहता जी कर्म ते लिखे लिखाए होंदे, इत्ते परमात्मा जदों इस धरती ते भेजदा ना कर्म लिख के भेजदा सारा कुछ, कहते सारा कुछ लिखिया होया, लिखिया होया बनाने पैंदे आ भाई, बनाने। असीं स्कूल च बच्चे नूं भेजदे आ भी तू किसी वधिया अहुदे तक पहुंच, पर जे सारा कुछ लिखे ही होया फिर घर क्यों नहीं बिठा लेते? घर क्यों नहीं बिठा लेते भी अफसर तेरे लगे जाने, स्कूल भेज के की करना, स्कूल भेज के की करना, अफसर ते लगे जाने, वो सानू जाना पैना स्कूल। फिर गल फिर अहुदियां तक पहुंचा जाए। लिखिया लिखाया की होता है? लिखिया लिखाया नहीं, लिखना पैंदा है। जदों पहले दिन बच्चे नूं भेजते स्कूल
लिखना पैंदा है, फिर लिखना पैंदा है। जदों पेपरां 'च बैठदे लिखना पैंदा सारा कुछ, लिखिया लिखाया किथे। कहो कबीर जो ब्रह्म विचारै, भगत कबीर साहब कहते कहो कबीर जो ब्रह्म विचारै। भगत कबीर साहब जी कहते जिहड़े ने उस परमात्मा नूं जान लिया, समझ लिया, वो ब्राह्मण है असल में। जिन्हें उस मालिक के इस पसारे नूं समझ लिया, असीं समझे आ गए, सो ब्राह्मण कहियत हमारे, सो ब्राह्मण कहियत है हमारे। जिन्हों ने समझ लिया ना, जिन्हों ने इस कुदरत को समझ लिया, वो ब्राह्मण है। जिन्हें नहीं समझिया वो शूद्र है। बस जिन्हें पसारे को समझिया ही नहीं, बस आही कुछ है। असी ने समझना है, असी ने मालिक को समझना है, असी ने कला पूजना है, समझना है। समझण तो बाद फिर पता लगना है। गुरु साहब कहते कहो कबीर जो ब्रह्म विचार है सो कहियत है, सो ब्राह्मण कहियत है हमारी। उन्होंने ब्राह्मण कहिए, उन्होंने असी ठेकिਆਂ ते खड़न वालियां नूं ब्राह्मण ना कहिए, असी माड़े कर्म करने वालियां नूं ब्राह्मण ना कहिए। जिन्हां ने उस ब्रह्म नूं पहचान लिया, भगत कबीर साहब, भगत रविदास जी, भगत सतना जी, इन्हां नूं ब्राह्मण कहिए, इन्हां नूं कहिए ब्राह्मण, क्योंकि इन्हां ने उस ब्रह्म नूं मालिक के उस पसारे नूं जान लिया, समझ लिया। असी समझिया नहीं, जिन्ना चਿਰ असी समझिया नहीं उन्ना चਿਰ असी ते नीच तुरे फिरदे, उन्ना चਿਰ ते असी नीच तुरे फिरदे आ। अपने गल च बार बेशक असी फट्टी पा ली ते असी उच्ची कुलदे, उच्ची कुलदे, फट्टी पा ली। फट्टी किहड़ी पा ली? गज साढ़े तै तो तेरे पैर तक, तेरे तेरे लड़ियां वाले जिन्हें वो पाए वाले, जेड़े शूद्र कहते, जिन्होंने शूद्र कहते उन्होंने एक लड़ी वाला जिहड़ा जिन्हें वो है वो फट्टी नहीं तो होर की है। वो दसिया जा रहा है कि मैं उच्ची कुलदा नीवी कुलदा। जे गुरु गोबिंद सिंह महाराज जी ने अमृत छकाया उदों ये नहीं कहा भी तू नीवी जात का, तेरे गातरा पतला पाया होना चाहिए, तू उच्ची कुलदा, तेरे गातरा चौड़े पटियाला चाहिए। नहीं, उन्होंने कहा तेरी अपनी मर्जी है, जिदा ना मर्जी पा ली। गल च फट्टियां थोड़ा लमकाइया। असी परमात्मा नूं जानना है, असी हंकार च नहीं तुरे फिरना। जदों असी हंकार च तुरे फिरदे आ, चाहे उच्ची कुल च जन्म होया होवे, कदे नीच तुरिया होया, जानिया ते है नहीं। असी उस मालिक नूं, उस ब्रह्म नूं, उस सारे नूं जान चुका। सो आओ इन्नियां की बेनतियां प्रवान करो कि बोलते तो एक नहीं, अनेक कई प्रकार दी गलतियां हो गई होणगियां, भुला चुका दी माफी बख्शो जी। असी गुरु साहब तो सेध लईए भी असी सच्चे पातशाह जी इस संसार किस तरह विचरना है, असी इस संसार किस तरीके दे नाल रहना है।
गुरु साहब को पूछ के देखिए, सारा कुछ दसदे है। कहते हंकार को छड्ड दे, जे हंकार तेरे च रह गया तो उस अकाल पुरख वाहिगुरू दे विच अभेद नहीं हो सकना। हौवे नावे नाल विरोध है, दोए ना वसा एक ठाए, हौवे विच सेवा ना हो गई ता मन बिरथा जाए, खाली रह जाएगा। खाली रावण इस पक्षों खाली रह गया। बेशक 4 वेद उन्हें कंठ कर ले, पर इस पक्षों खाली रह गया, क्योंकि हंकार कर लिया। हंकार कर लिया। असी हंकार को छड्ड दईए, घर असी छड्ड के आइए अहुदियां नूं छड्ड के आइए। ये गल देख लीए भी उसे फट्टी ते अमीर बंदे नूं लई जांदे ने, उसे फट्टे ते गरीब बंदे नूं लई जांदे ने। फिर ये अंदरों हंकार निकलने खत्म हो रहे, फिर खत्म हो रहे। असी गुरु दे नाल जुड़िए, गुरु दे नाल जुड़ के अपने जीवन नूं वधिया बनाइए। आओ आनंद साहब का पाठ, फिर अरदास, फिर हुक्मनामा साहब, फिर चलते आपको अपने घरां नूं। आपां गुरु साहब इसे तरह मेहर रखन, सानूं अपने गोद दे विच इसे तरह निग दे रहे। सतनाम श्री वाहिगुरू साहिब जी। राग कली महला तीजा। आनंद एक ओंकार सतगुर प्रसाद। आनंद भया मेरी माए, सतगुरु मैं पाया, सतगुरु मैं पाया सहज सिद्धि मन बनिया वाधाइया। राग रतन परवार भरिया, शब्द गावरिया, शब्द गावो हरि कीरा, मन जिनी बसाया। कह नानक आनंद होया, सतगुरु मैं पाया। ए मन मेरिया तू सदा रहो हर नाले, हर नाल रहो तू मन मेरे, दुख सब विसारन। अंगीकार हो करे तेरा कारज सब सवारन। सबना गल्लां सबरत स्वामी, सो क्यों मनो विसारे। कह नानक मन मेरे सदा रहो हर नाले। साचे साहिबा क्या नाई कर तेरा, करता तेरा सब किछ है, जिसते सो पावै सदा सिद्ध सलाह तेरी। नाम मन वसावै, नाम जन का मन वसया, बाजी शब्द कनेरी। कह नानक सच्ची साहिब क्या नाई कर तेरा। साचा नाम मेरा आधार, सच नाम आधार मेरा। जिन भुखा सब गवाइया, कर शांत सुख मन आए वसया। जिन इच्छा सब बुझाइया, सदा गुरबाण कीता गुरु विटो, जिसनी अहि वडियाइया। कह नानक सुनो संतो शब्द करो प्यारो, साचा नाम मेरा आधार। बाजे पंग शब्द नित कर सभागै, कर सभागै शब्द बाजे। कला जित कर धारिया, पंज दूत तुद वस कीते, काल कंटक मारिया। तुर कर्म पाया कह नानक, तै सुख होआ तित कर अनंद बाजे। आनंद सुनो बड़ भागी हो, सगल मनोरथ पूरे। पार ब्रह्म तल पाया, उतरे सगल विसुरे। दुख रोग संताप तरे, सुन सच्ची बाणी। संत साजन भय सरसे, पूरे गुरते जानी। सुनते पुनीत कहते बमृत, सतगुर रहया भरपूरे। बिनवंत नानक गुर चरण लागे, बाजे अनहद पे। सुनते पुनीत कहते पवित्र, सतगुर रहया भरपूरे। बिनवंत नानक गुर चरण लागे, बाजे अनहद पूरे। श्लोक पवन गुरु बाणी बता।
ਚੰਗਿਆਈਆਂ ਬੁਰਿਆਈਆਂ ਕਰਨੀ ਆਪੋ ਆਪਣੀ ਜਿਨੇ ਨਾਮ ਧਿਆਇਆ ਨਾਨਕ ਤੇ ਮੁਖ ਜਲੇ ਜਿਨੇ ਨਾਮ ਧਿਆਇਆ ਨਾਨਕ ਤੇ ਮੁਖ ਜਲੇ ਕੀਤੇ ਛੁਟੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਤੁਮ ਮਾਤ ਪਿਤਾਮ ਬਾਰਿਕ ਤੇਰੇ ਤੁਮਰੇ ਕੋਈ ਨ ਜਾਣੇ ਤੁਮਰਾ ਅੰਤ ਉਚਤੇ ਸਗਲ ਸਮਗਰੇ ਤੁਮਰਾ ਸੋਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਾਤਰ ਮਿਤ ਤੁਮੀ ਜਾਣੀ ਨਾਨਕ ਦਾਸ ਤੁਝ ਆਗੇ ਅਰਦਾਸ ਮਾਰੀ ਜਿਉ ਪਿੰਡ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨ ਜਾਣੇ ਮੇਰਾ ਵਾਹਿਗੁਰੂ। ਵਾਹਿਗੁਰੂ ਅਰਦਾਸ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿ ਸ੍ਰੀ ਭਗਵਤੀ ਕੀ ਸਹਾਇ ਵਾਹਿ ਸ੍ਰੀ ਭਗਵਤੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਹਰਿਅੰਤ ਗੁਰਦੇਵ ਅਰਦਾਸ ਰਾਮਦਾਸ ਹੋਏ ਸਹਾਈ। ਅਰਜੁਨ ਹਰਿਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ। ਜਿਸ ਡੁਠਿਆ ਸ਼ਬਦ ਵਿਦਾਏ ਗੁਰ ਤੇ ਬਹਾਦਰ ਸਿਮਰਿਆ ਕਰਨੋ ਨਿਦਿਆਵੈ ਧਾਏ। ਸਭ ਥਾਈ ਹੋਏ ਸਹਾਈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਿਤਿਆ ਵਾਜਾ ਵਾਲੇ। ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਕੇ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕੇ ਪਾਠ ਦਰਸ਼ਨ ਦਿਦਾਰੇ ਦਾ ਧੰਨ ਖਾਲਸਾ ਜੀ ਬੋਲਣਾ ਜੀ। ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ 8 ਜਪੀਆਂ ਤਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਬਣ ਸਕਿਆ। ਦੇਵ ਜਲਾਈ ਤੇ ਵਾਹੀ ਦੇ ਚੁੱਕਿਆ ਰਖਤ ਕੀਤਾ ਤੇਰਾ ਪਿਆਰਿਆਂ ਸਚਾਰਿਆ ਗੁਰ ਸਿੱਖਾਂ ਦੇ ਪਵਿੱਤਰ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲਣਾ ਜੀ। ਵਾਹਿਗੁਰੂ ਜੀ ਦਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਵਾਏ ਮੁਕਤੀਆਂ ਵਹਾਈਆਂ ਚੁੱਕੀਆਂ ਤੇ ਛੜੇ ਤਣਿਆਰੇ ਰਾਜ ਸਵਾਏ ਗੋਬਿੰਦ ਦੀ ਜਗ੍ਹਾ ਵਿੱਚ ਬੈਠੇ ਗੁਰਦੁਆਰਿਆਂ ਦੀ ਸੇਵਾ ਲਈ ਕਮਾਈਆਂ ਮੁਕਤੀਆਂ ਧਰਮ ਨੇ ਹਾਰਿਆ ਸਿੱਖੀ ਸਿਦਤ ਕੇਸਾਂ ਸਰਾਸਾਂ ਸੰਗ ਨਿਭਾਈ ਤੇਰਾ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲਣਾ ਜੀ। ਵਾਹਿਗੁਰੂ ਪੰਜਾਬ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰ ਖਾਲਸਾ ਜੀ ਬੋਲਣਾ ਜੀ। ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆਵੈ ਚਿਤਿਆ ਅਮ੍ਰਿਤਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾਂ ਕਹਾਂ ਰਚਿਆ ਆਇ ਤੇਗ ਤੇਗ ਫਤਿਹ ਬੁੱਧ ਕੀ ਕਾਇ ਪੰਚ ਕੀ ਜੀ। ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਗੁਰ ਵਾਲੇ ਬੋਲਣਾ ਜੀ। ਵਾਹਿਗੁਰੂ ਬਖਸ਼ੋ ਜਿਸ ਕਾਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਧਨ
राखे आप अकाल पुरख वाहिगुरु। हे अकाल पुरख अपने पंथ दे सदा सहाय दातार जियो। श्री ननकाना साहिब प्रजा साहिब ते हो गुरुद्वारा गुरधामां दे जिन्हां तो पंथ नूं विछोड़िया गया तिन्हां दे कोल दर्शन दिदार ते सेवा संभाल दा दान अपने प्यारे खालसा जी नूं बख्शो। हनुमाने दे मान सतगुरु निताने दे तान सतगुरु ने हुक्मिया दियो। धन धन साहिब श्री गुरु ग्रंथ साहिब जी महाराज आप जी के चरणा कमला पास अरदास में सच्चे पातशाह जी आप जी की अपार कृपा हुई। चार पहर रहन सकन नाल बतीत हुई। चार पहर जिंदा है अपने घरे अंदर सुखन नाल बतीत करना वाहिगुरु आप जी के पावन पवित्र गुरबाणी के फरमान हम बाणी गुरु गुरु है बाणी विच बाणी अमृत सारे गुरबाणी कह सिर जलमाना प्रताप गुरु ने सारे महभक्त अनुसार वाहिगुरु जी आप जी के हजूर विखे अमृत में तुलके बाणी आई बिन सगले चित मिटाई जी महभक्त अनुसार अमृतमय पावन पवित्र गुरबाणी दे जाप होए उपरंत गुरबाणी कथा विचार हुई। सच्चे पातशाह जी कृपा करना इन्हें समय विच बाणी पढ़दे सुनदे सेवा सिमरन करदे गुरबाणी कथा विचार करदे अनेकां प्रकार दीयां भुलां गलतियां जरूर होईयां होणगीआं। अनजान बच्चे समझ के माल करना है कि तो शुद्ध बाणी पढ़न सुनन सेवा सिमरन दी रात बख्शना शुद्ध गुरबाणी कथा विचार दी रात बख्शना धर्म करो नाम दी रात बख्शना पढ़ी सुनी बाणी दा भाव समूह धारणिया संगतां दे हृदय विच वसाना धर्म करो नाम दी रात बख्शना आइयां संगतां दीयां हाजरियां दर प्रवान करनियां दिल होए पे ढावां दर प्रवान करनियां नगर कड़े विच सुख वरतावणे काल कंटक दुकान दलिद्रा दा नाश करना भजन बाणी दा प्रताप बख्शना वाहिगुरु जी आप जी दे हुक्मान बिरते कदे न होवे जन की अरदास नानक जोर गोबिंद का पूर्ण गुणतास दे महभक्त अनुसार समूह नगर निवासी साध संगतां दे आप जी दे चरणां विच अरदास बेनती वाहिगुरू जी कृपा करना जो के दिली वाटना ते वाहिगुरू जी किसान वीर मजदूर वीर अपने हक़ां वास्ते बैठे हुए सच्चे पातशाह कृपा करना उन्हां दे सिर ते मेहर भरिया हाथ रखना चढ़दी कला बख्शनी हर मैदान फतेह बख्शना वाहिगुरू सच्चे पातशाह जी आप जी दे चरणों विच अरदास बेनती प्रवान करना वाहिगुरू जीओ सो आप कृपा करो अपने पावन पवित्र हुक्मनामे बख्श के संतान निहाल करो से प्यारे मिलो जिना मिलिया तेरा नाम सब प्यारे गुरु नानक नाम चढ़दे कला तेरे पानी वाहिगुरू जी का खालसा वाहिगुरू जी की फतेह। दोहरा आज्ञा परे अकाल के तब से कन को हुक्म है गुरु ग्रंथ जी नामे जो प्रभु को मिल रोच है राज करेगा खालसा वारों सब मिलेंगे बचे वाहिगुरु नाम जहाज है जो सरता पर से दे वाहिगुरु कंडा जाकी हाथ है तो हमारी रचया करे तो हमारी रचया करे बोले
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਨ, ਪ੍ਰਤੱਖ ਗੁਰੂ ਦਿਸਦਾਰੀ। ਅਵਲ ਅਲੈ ਨੂਰ ਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸੋ ਕਹੋ ਢਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਰਾਸਰੀ ਮਹਲਾ ਪੰਜਵਾ। ਨੇਤਰ ਪੁਨੀਤ ਭਏ ਦਰਸ ਪੇਖੇ, ਮਾਥੈ ਪਰੋਰਵਾਲ। ਰਸ ਰਸ ਗੁਣ ਗਾਵੋ ਠਾਕੁਰ ਕੀ, ਮੋਰਾ ਹਿਰਦੈ ਵਸੋ ਗੋਪਾਲ। ਨੇਤਰ ਪੁਨੀਤ ਭਏ ਦਰਸ ਪੇਖੇ, ਮਾਥੈ ਪਰੋਰਵਾਲ। ਰਸ ਰਸ ਗੁਣ ਗਾਵੋ ਠਾਕੁਰ ਕੀ, ਮੋਰਾ ਹਿਰਦੈ ਵਸੋ ਗੋਪਾਲ। ਤੁਮ ਤੋ ਰਖਨਹਾਰ ਦਇਆਲ, ਸੁੰਦਰ ਸੁੰਦਰ ਬੇਅੰਤ ਪਿਤਾ ਤਵ। ਓ ਪ੍ਰਭੂ ਕਿਰਪਾਲ। ਮਹਾਨੰਦ ਮੰਗਲ ਰੂਪ ਤੁਮਰੇ, ਬਕਰ ਰੂਪ ਸਾਰ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਭਗਤਿ ਪਾਲ। ਮਹਾਨੰਦ ਮੰਗਲ ਰੂਪ ਤੁਮਰੇ, ਬਕਰ ਰੂਪ ਸਾਰ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ